ਸਤਿਕਾਰਯੋਗ ਸਾਧ ਸੰਗਤ ਜੀਓ, ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਇਹ ਜਿਹੜਾ ਹਫ਼ਤਾ ਚੱਲ ਰਿਹਾ ਹੈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਦਾ ਵਿਛੋੜਾ ਅਤੇ ਉਹਨਾਂ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਮਾਤਾ ਜੀ ਦੀ ਸ਼ਹਾਦਤ ਤੇ ਉਹਦੇ ਨਾਲ ਹੋਰ ਅਣਗਿਣਤ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੰਬੰਧ ਵਿੱਚ ਅੱਲਾ ਯਾਰ ਖਾਂ ਜੋਗੀ ਉਹਨਾਂ ਨੇ ਬਹੁਤ ਕੁਛ ਲਿਖਿਆ ਹੈ। ਉਹਨਾਂ ਦੀਆਂ ਦੋ ਪੰਕਤੀਆਂ ਆਪ ਜੀ ਦੇ ਸਾਹਮਣੇ ਨੇ। ਉਹ ਕਹਿੰਦੇ ਨੇ, ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ, जितनी भी हो गोबिंद की तारीफ वो कम है। ਜਦੋਂ ਆਪਾਂ ਸਤਿਗੁਰੂ ਜੀ ਦੀ ਤਾਰੀਫ ਵੱਲ, ਉਹਨਾਂ ਦੀ ਵਡਿਆਈ, ਉਹਨਾਂ ਦੀ ਬਜ਼ੁਰਗੀ, ਉਹਦੇ ਵੱਲ ਝਾਤੀ ਮਾਰਦੇ ਹਾਂ ਤੇ ਸੱਚਮੁੱਚ ਹੀ ਗੁਰੂ ਸਾਹਿਬ ਜੀ ਦਾ ਉਹ ਬਚਨ ਯਾਦ ਆ ਜਾਂਦਾ ਹੈ, ਜਿਹਬਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਭਾਵੇਂ ਉਹ ਬਚਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੰਬੰਧ ਵਿੱਚ ਆਖੇ ਗਏ ਨੇ, ਪਰ ਗੁਰੂ ਵਿੱਚ ਵੀ ਉਹ ਪਰਮਾਤਮਾ ਹੀ ਵਿਚਰਦਾ ਹੈ ਤੇ ਵਰਤਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਦੋਂ ਆਪਾਂ ਕਿਤੇ ਸਾਧੂਆਂ, ਭਗਤਾਂ, ਸੰਤਾਂ ਵਿੱਚ ਬੈਠਾ ਵੇਖਦੇ ਹਾਂ ਤੇ ਉਹ ਇੱਕ ਸੰਤ, ਭਗਤ, ਇੱਕ ਸਾਧੂ ਨਜ਼ਰ ਆਉਂਦੇ ਨੇ। ਜਦੋਂ ਆਪਾਂ ਉਹਨਾਂ ਨੂੰ ਕਵੀ ਦਰਬਾਰ ਵਿੱਚ ਬੈਠਿਆਂ ਵੇਖਦੇ ਹਾਂ ਤੇ ਉਹ ਇੱਕ ਕਵੀ ਨਜ਼ਰ ਆਉਂਦੇ ਨੇ। ਜਦੋਂ ਉਹਨਾਂ ਨੂੰ ਆਪਾਂ ਲਿਖਾਰੀਆਂ ਦੀ ਸਭਾ ਵਿੱਚ ਬੈਠਿਆਂ ਹੋਇਆਂ ਵੇਖਦੇ ਹਾਂ, ਉਦੋਂ ਉਹ ਇੱਕ ਲਿਖਾਰੀ ਹੁੰਦੇ ਨੇ। ਜਦੋਂ ਕਿਤੇ ਉਹਨਾਂ ਨੂੰ ਘੋੜੇ ਤੇ ਸਵਾਰੀ ਕਰਦਿਆਂ ਵੇਖਦੇ ਹਾਂ ਤੇ ਉਹ ਨੀਲੇ ਦੇ ਸ਼ਾਹ ਸਵਾਰ ਖਵਾਉਂਦੇ ਨੇ। ਆਪ ਜੀ ਨੂੰ ਪਤਾ ਹੋਣਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਕਦੇ ਵੀ ਘੋੜੇ ਨੂੰ ਖੜਾ ਕਰਕੇ ਉਹਦੇ ਉੱਤੇ ਸਵਾਰੀ ਨਹੀਂ ਸੀ ਕਰਦੇ ਹੁੰਦੇ। ਘੋੜੇ ਨੂੰ ਤਿਆਰ ਕਰਨਾ, ਉਹਦੀ ਲਗਾਮ ਵਿੱਚ ਹੱਥ ਪਾਉਣਾ ਤੇ ਉਹਨੂੰ ਭਜਾ ਕੇ ਛਾਲ ਮਾਰ ਕੇ ਉੱਤੇ ਚੜ੍ਹਨਾ, ਇਹ ਉਹਨਾਂ ਦਾ ਸ਼ੌਕ ਸੀ। ਉਹ ਕਿੰਨਾ ਘੋੜਾ ਤੇਜ਼ ਦੌੜਾ ਲੈਂਦੇ ਸਨ, ਜਾਂ ਉਹ ਜਾਣਦੇ ਨੇ ਜਾਂ ਉਹਨਾਂ ਦਾ ਨੀਲਾ ਜਾਣਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਹੱਥ ਵਿੱਚ ਤੀਰ ਫੜ ਕੇ ਤੀਰ ਚਲਾਉਂਦੇ ਨੇ, ਉਹ ਵੱਡਿਆਂ ਵੱਡਿਆਂ ਤੀਰ ਕਮਾਨ ਚਲਾਉਣ ਵਾਲਿਆਂ ਨੂੰ ਮਾਤ ਪਾਉਂਦੇ ਨੇ। ਉਹਨਾਂ ਦੀ ਤੀਰ ਅੰਦਾਜ਼ੀ ਬਾਰੇ ਜੇ ਪੜ੍ਹੀਏ ਇਤਿਹਾਸ ਵਿੱਚ, ਤੇ ਇਤਿਹਾਸ ਲਿਖਦਾ ਹੈ ਕਿ ਆਪਾਂ ਕੋਈ ਵੀ ਤੀਰ ਚਲਾਉਣ ਵਾਲਾ ਹੋਵੇ, ਭਾਵੇਂ ਅਰਜੁਨ ਹੀ ਕਿਉਂ ਨਾ ਹੋਵੇ, ਉਹ ਇੱਕ ਤੀਰ ਕਮਾਨ ਦੇ ਉੱਤੇ ਇੱਕ ਤੀਰ ਰੱਖਦੇ ਨੇ।
ਖੱਬੇ ਹੱਥ ਨਾਲ ਕਬਾਨ ਫੜਦੇ ਨੇ, ਸੱਜੇ ਹੱਥ ਨਾਲ ਤੰਦੀ ਉੱਤੇ ਤੀਰ ਰੱਖ ਕੇ ਖਿੱਚ ਕੇ ਚਲਾਉਂਦੇ ਨੇ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਇਹ ਗੁਣ ਸੀ, ਉਹ ਇੰਨੇ ਨਿਪੁੰਨ ਸਨ ਤੀਰ ਚਲਾਉਣ ਦੇ ਕਿ ਉਹ ਇੱਕ ਕਮਾਨ ਦੇ ਉੱਤੇ ਇੱਕ ਤੰਦੀ ਤੇ 4 ਤੀਰ ਰੱਖਿਆ ਕਰਦੇ ਸਨ, ਇਕੱਠੇ 4, ਤੇ 4ਾਂ ਦਾ ਨਿਸ਼ਾਨਾ ਵੱਖਰਾ ਵੱਖਰਾ ਫੁੰਡਦੇ ਸਨ। ਉਹਨਾਂ ਨੇ ਜ਼ਿੰਦਗੀ 'ਚ ਜਿੰਨੇ ਵੀ ਤੀਰ ਚਲਾਏ ਨੇ, ਇਤਿਹਾਸ ਲਿਖਦਾ ਹੈ ਕਿ ਇੱਕ ਵੀ ਤੀਰ ਉਹਨਾਂ ਦਾ ਨਿਸ਼ਾਨੇ ਤੋਂ ਉੱਕਿਆ ਨਹੀਂ। ਉਹਨਾਂ ਦਾ ਤੀਰ ਇੰਨੇ ਨਿਸ਼ਾਨੇ ਤੇ ਜਾ ਕੇ ਵੱਜਦਾ ਸੀ ਕਿ ਜੇ ਕਿਤੇ ਮੁਗਲ ਹੁਕਮਰਾਨ ਬੈਠੇ ਨੇ ਤੇ ਉਹਨਾਂ ਦੇ ਮੰਜੇ ਦੇ ਪਾਵੇ ਵਿੱਚ ਤੀਰ ਮਾਰਨਾ ਤੇ ਪਾਵੇ 'ਚ ਹੀ ਜਾ ਕੇ ਲੱਗੇਗਾ, ਕਿਉਂਕਿ ਉਹਨਾਂ ਦਾ ਸੁਭਾਅ ਸੀ, ਉਹ ਫੌਜੀ ਜਰਨੈਲਾਂ ਨੂੰ ਆਪਣੀਆਂ ਚਿੱਠੀਆਂ ਲਿਖ ਕੇ ਭੇਜਦੇ ਹੁੰਦੇ ਸਨ ਤੇ ਉਹ ਤੀਰ ਦੁਆਰਾ ਹੀ ਭੇਜਿਆ ਕਰਦੇ ਸਨ। ਇੰਨੇ ਵਧੀਆ ਉਹ ਤੀਰ ਅੰਦਾਜ਼ ਸਨ। ਤੈਰਾਕ ਇੰਨੇ ਚੰਗੇ ਸਨ ਕਿ ਜਦੋਂ ਦਰਿਆ ਵਿੱਚ ਆਪਣੇ ਹਾਣੀ ਨੌਜਵਾਨਾਂ ਦੇ ਨਾਲ ਤਰਨ ਲਈ ਵੜਦੇ ਦਰਿਆ ਵਿੱਚ, ਤੇ ਅੱਖ ਫਰਕਣ ਦੇ ਸਮੇਂ ਵਿੱਚ ਉਹ ਆਪਣੇ ਸਾਥੀਆਂ ਨੂੰ ਪਿੱਛੇ ਛੱਡ ਕੇ ਅੱਗੇ ਲੰਘ ਜਾਂਦੇ ਸਨ। ਇੰਨੇ ਤੇਜ਼ ਤੈਰਾਕ ਸਨ। ਔਰ ਉਹਨਾਂ ਦਾ ਦੌੜਨਾ ਉਹ ਤੇ ਕਮਾਲ ਦਾ ਸੀ। ਆਪਾਂ ਨੂੰ ਪਤਾ ਹੈ ਕਿ ਉਹਨਾਂ ਦਾ ਸਰੀਰ ਪਤਲਾ ਸੀ, ਥੋੜਾ ਲੰਬਾ ਸੀ। ਉਹਨਾਂ ਦੇ ਹੱਥ ਗੋਡਿਆਂ ਤੋਂ ਨੀਵੇਂ ਸਨ। ਜਦੋਂ ਖੜਾ ਹੋਵੇ ਨਾ ਬੰਦਾ ਤੇ ਹੱਥ ਗੋਡਿਆਂ ਤੱਕ ਨਹੀਂ ਪਹੁੰਚਦੇ। ਉਹਨਾਂ ਦੀਆਂ ਬਾਹਾਂ ਇੰਨੀਆਂ ਲੰਮੀਆਂ ਸਨ ਕਿ ਉਹ ਗੋਡਿਆਂ ਤੋਂ ਥੱਲੇ ਚਲੇ ਜਾਂਦੇ ਸਨ ਹੱਥ ਉਹਨਾਂ ਦੇ। ਇੰਨਾ ਫੁਰਤੀਲਾ ਸਰੀਰ ਸੀ ਕਿ ਇਤਿਹਾਸਕਾਰ ਆਸ਼ ਕਰਦੇ ਨੇ ਜਦੋਂ ਉਹਨਾਂ ਦੇ ਜਿਹੜੇ ਕਰਤੱਵ ਆਪਾਂ ਗਿਣਦੇ ਹਾਂ ਪਏ, ਇਹਨਾਂ ਦੀ ਜਦੋਂ ਵਡਿਆਈ ਕਰਦੇ ਨੇ, ਉਹ ਕਹਿੰਦੇ ਨੇ ਕਿ ਉਹਨਾਂ ਦੇ ਵਕਤ ਦਾ ਕੋਈ ਇਹੋ ਜਿਹਾ ਹਥਿਆਰ ਨਹੀਂ ਜਿਹੜਾ ਉਹਨਾਂ ਨੂੰ ਚਲਾਉਣਾ ਨਾ ਆਉਂਦਾ ਹੋਵੇ। ਹਰ ਕਿਸਮ ਦਾ ਹਥਿਆਰ, ਚਾਹੇ ਉਹ ਕਿਰਪਾਨ ਹੈ, ਚਾਹੇ ਉਹ ਨੇਜਾ ਹੈ, ਚਾਹੇ ਉਹ ਗੰਡਾਸਾ ਹੈ, ਚਾਹੇ ਉਹ ਰਫਲ ਹੈ, ਚਾਹੇ ਉਹ ਤੋਪ, ਉਹਨਾਂ ਤੋਪਾਂ ਵੀ ਬਣਵਾਈਆਂ ਸਨ। ਉਹਨਾਂ ਦੇ ਵਕਤ ਦਾ ਹਰ ਹਥਿਆਰ ਉਹ ਚਲਾਉਣਾ ਜਾਣਦੇ ਸਨ। ਭਾਸ਼ਾ ਉੱਤੇ ਉਹਨਾਂ ਦਾ ਕਿੰਨੀ ਪਕੜ ਸੀ। ਉਹ ਹਿੰਦੀ ਜਾਣਦੇ ਸਨ, ਗੁਰਮੁਖੀ ਜਾਂ ਪੰਜਾਬੀ ਜਾਣਦੇ ਸਨ। ਉਹਨਾਂ ਦਾ ਜ਼ਫਰਨਾਮਾ ਪੜ੍ਹੋ, ਉਹਦੇ 'ਚ ਅਰਬੀ ਤੇ ਫਾਰਸੀ ਬਾ ਕਮਾਲ ਦੀ ਲਿਖੀ ਹੋਈ ਏ। ਸੰਸਕ੍ਰਿਤ ਉਹ ਜਾਣਦੇ ਸਨ, ਸਹਿਸਕ੍ਰਿਤੀ ਉਹ ਜਾਣਦੇ ਸਨ, ਬਿਹਾਰੀ ਭਾਸ਼ਾ ਉਹ ਜਾਣਦੇ ਸਨ, ਕਿੰਨੀਆਂ ਭਾਸ਼ਾ ਉਹ ਜਾਣਦੇ ਸਨ। ਸੱਚਮੁੱਚ ਹੀ ਅੱਲਾ ਯਾਰ ਖਾਂ ਜਦੋਂ ਕਹਿੰਦਾ ਨਾ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਉਹ ਕਮ ਹੈ, ਤੇ ਇਹ ਅਸਲੀਅਤ ਹੈ ਕਿ ਉਹ ਘੱਟ ਹੀ ਹੈ ਜੀ। ਉਹਨਾਂ ਬਾਰੇ ਸੱਚੀ ਮੁੱਚੀ ਕੁਝ ਨਹੀਂ ਆਖਿਆ ਜਾ ਸਕਦਾ। ਇੰਨੀ ਵੱਡੀ ਸ਼ਕਤੀ ਦੇ ਮਾਲਕ ਹੁੰਦਿਆਂ ਉਹਨਾਂ ਨੇ ਉਸ ਸ਼ਕਤੀ ਨੂੰ ਕਿਵੇਂ ਜਰਿਆ ਹੋਇਆ ਸੀ। ਬਸ ਉਹਨਾਂ ਦੀਆਂ ਜੀ ਉਹ ਹੀ ਜਾਣਨ। ਜੇ ਕਿਤੇ ਅਸੀਂ ਇਤਿਹਾਸ ਪੜ੍ਹੀਏ ਦਾਨੀਆਂ ਦਾ, ਵੱਡੇ ਵੱਡੇ ਦਾਨੀ ਹੋਏ ਨੇ ਸੰਸਾਰ ਦੇ ਅੰਦਰ। ਕਿਸੇ ਨੇ ਜ਼ਮੀਨ ਦਾਨ ਕਰਤੀ, ਕਿਸੇ ਨੇ ਰੁਪਈਆ ਪੈਸਾ ਦਾਨ ਕਰਤਾ, ਕਿਸੇ ਨੇ ਆਪਣਾ ਘਰ-ਬਾਰ ਦਾਨ ਕਰਤਾ। ਪਰ ਇਸ ਦੁਨੀਆ ਦੇ ਤਖਤੇ ਤੇ ਜੇ ਕੋਈ ਸਰਬੰਸ ਦਾਨੀ ਹੋਇਆ ਹੈ ਤੇ ਉਹ ਇੱਕੋ ਇੱਕ ਗੁਰੂ ਕਲਗੀਧਰ ਪਾਤਸ਼ਾਹ ਨੇ। ਉਹਨਾਂ ਜਿਹਾ ਕੋਈ ਦੁਨੀਆ ਵਿੱਚ ਦਾਨੀ ਨਹੀਂ ਹੋ ਸਕਿਆ। ਮੈਨੂੰ ਜੀ ਇੱਕ ਸਵਾਲ ਆਇਆ ਸੀ ਵੀ ਗੁਰੂ ਜੀ ਇੰਨੇ ਭਲੇ ਲੋਕ ਸਨ, ਇੰਨੇ ਚੰਗੇ ਸਨ,
ਉਹ ਸਰਬੱਤ ਦੇ ਭਲੇ ਦੀ ਗੱਲ ਕਰਦੇ ਸਨ। ਗੱਲ ਹੀ ਨਹੀਂ ਸਨ ਕਰਦੇ, ਉਹ ਸਰਬੱਤ ਦਾ ਭਲਾ ਕਰਦੇ ਸਨ। ਕਿਸੇ ਦਾ 10 ਗੁਰੂ ਸਾਹਿਬਾਨ ਦੇ ਜੀਵਨ ਵਿੱਚੋਂ ਤੁਸੀਂ ਨਹੀਂ ਪੜ੍ਹੋਗੇ ਕਿ ਗੁਰੂ ਜੀ ਨੇ ਕਿਸੇ ਦਾ ਮਾੜਾ ਕੀਤਾ ਸੀ। ਗੁਰੂ ਜੀ ਨੇ ਕਿਸੇ ਨੂੰ ਆਪਣੀ ਜ਼ੁਬਾਨ ਤੋਂ ਇੱਕ ਸ਼ਬਦ ਵੀ ਕਿਸੇ ਨੂੰ ਦਿਲ ਦੁਖਾਉਣ ਵਾਲਾ ਕੀਤਾ ਸੀ। ਐਸਾ ਕੁਝ ਮਿਲਦਾ ਹੀ ਨਹੀਂ। ਬਸ ਉਹਨਾਂ ਦੀਆਂ ਵਡਿਆਈਆਂ ਨਾਲ ਇਤਿਹਾਸ ਭਰਿਆ ਹੋਇਆ ਹੈ। ਤੇ ਸਵਾਲ ਇਹ ਆਇਆ ਸੀ ਵੀ ਗੁਰੂ ਜੀ ਦੇ ਨਾਲ ਉਹ ਇੰਨੇ ਚੰਗੇ ਸਨ ਤੇ ਉਹਨਾਂ ਦੇ ਨਾਲ ਵਕਤ ਦਿਆਂ ਲੋਕਾਂ ਨੇ ਜਾਂ ਹੁਕਮਰਾਨਾਂ ਨੇ ਵਿਰੋਧਤਾ ਕਿਉਂ ਕੀਤੀ? ਉਹਦਾ ਕਾਰਨ ਕੀ ਸੀ? ਉਹਦੇ ਕਾਰਨ ਬਹੁਤ ਸਾਰੇ ਨੇ ਜੀ, 1 2 4 ਨਹੀਂ ਹਨ। ਇੱਕ ਨਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਇਸ਼ਾਰਾ ਕੀਤਾ ਹੈ ਕਿ ਉਹਨਾਂ ਦੀ ਵਿਰੋਧਤਾ ਜ਼ਮਾਨੇ ਦੇ ਲੋਕਾਂ ਨੇ ਕਿਉਂ ਕੀਤੀ ਸੀ। ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਬਚਨ ਲਿਖੇ ਨੇ, ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵਈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ। ਇਹ ਮੁੱਖ ਕਾਰਨ ਹੈ ਜੀ ਕਿ ਗੁਰੂ ਜੀ ਸੱਚ ਦੇ ਪਹਿਰੇਦਾਰ ਸਨ। ਉਹਨਾਂ ਨੇ ਹਮੇਸ਼ਾ ਸੱਚ ਬੋਲਿਆ, ਸੱਚ ਦੀ ਵੇਲਾ ਸੱਚ ਹੀ ਸੁਣਾਇਆ। ਬਸ ਉਹ ਸੱਚ ਜਿਹੜੇ ਝੂਠ ਦੇ ਵਰਤਾਰੇ ਵਿੱਚ ਵਰਤਣ ਵਾਲੇ ਲੋਕ ਸਨ, ਉਹਨਾਂ ਨੂੰ ਉਹ ਚੰਗਾ ਨਹੀਂ ਸੀ ਲੱਗਦਾ। ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵਈ, ਉਹਨਾਂ ਨੂੰ ਸੱਚ ਨਹੀਂ ਚੰਗਾ ਲੱਗਦਾ। ਜਿਨ੍ਹਾਂ ਦੇ ਅੰਦਰ ਝੂਠ ਪ੍ਰਧਾਨ ਹੋਵੇ। ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ, ਜੇ ਉਹ ਝੂਠਿਆਂ ਦੇ ਸਾਹਮਣੇ ਕੋਈ ਸੱਚ ਬੋਲ ਦੇਵੇ ਤੇ ਉਹ ਸੜ ਬਲ ਜਾਂਦੇ ਨੇ। ਇਹ ਮੁੱਖ ਕਾਰਨ ਨੇ ਜੀ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਉਹਨਾਂ ਨੇ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ, ਜਿਹੜਾ ਕਾਰਨ ਬਣਿਆ ਉਹਨਾਂ ਦੀ ਵਿਰੋਧਤਾ ਦਾ। ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਜਨੇਊ ਪਾਉਣ ਤੋਂ ਇਨਕਾਰ ਕੀਤਾ ਕਿ ਪੰਡਿਤ ਜੀ, ਜਿਹੜਾ ਤੁਸੀਂ ਜਨੇਊ ਮੈਨੂੰ ਪਹਿਨਾਉਣਾ ਚਾਹੁੰਦੇ ਹੋ, ਮੈਨੂੰ ਇਹਦੇ ਵਿੱਚ ਕੋਈ ਤਾਕਤ ਨਹੀਂ ਨਜ਼ਰ ਆਉਂਦੀ ਕਿ ਇਹ ਜਨੇਊ ਪਵਿੱਤਰ ਧਾਗਾ ਜਿਸ ਨੂੰ ਤੁਸੀਂ ਆਖਦੇ ਹੋ, ਇਹ ਗਲ ਵਿੱਚ ਪਾ ਕੇ ਤੇ ਸਾਡੇ ਵਿੱਚ ਕੋਈ ਸਾਡੀਆਂ ਬਾਹਾਂ 'ਚ ਬਾਲ ਆ ਜਾਏਗਾ। ਅਸੀਂ ਜੇ ਹਿੰਦੁਸਤਾਨ ਵੱਲ ਝਾਤੀ ਮਾਰੀਏ ਤੇ ਗੁਰੂ ਜੀ ਨੇ ਆਖਿਆ ਉਹ ਕਿੰਨੀਆਂ ਸਦੀਆਂ ਤੋਂ ਗੁਲਾਮ ਹੋਇਆ ਹੈ। ਉਹ ਥੋੜ੍ਹੇ ਜਿਹੇ ਬੰਦੇ ਆਉਂਦੇ ਸਨ ਅਫਗਾਨਿਸਤਾਨ ਤੋਂ ਤੇ ਆ ਕੇ ਏਡੇ ਵੱਡੇ ਹਿੰਦੁਸਤਾਨ ਉੱਤੇ ਉਹ ਕਾਬਜ਼ ਹੋ ਜਾਂਦੇ। ਇੱਥੋਂ ਦੇ ਮੰਦਰ ਲੁੱਟਦੇ, ਇੱਥੋਂ ਦੇ ਧਨ ਪਦਾਰਥ ਨੂੰ ਲੁੱਟਦੇ, ਇੱਥੋਂ ਦੀਆਂ ਧੀਆਂ ਭੈਣਾਂ ਲੋਕਾਂ ਤੋਂ ਖੋਹ ਕੇ ਨਾਲ ਲੈ ਜਾਂਦੇ ਤੇ ਆਖਰ ਉਹਨਾਂ ਨੇ ਹਿੰਦੁਸਤਾਨ ਤੇ ਆਪਣਾ ਰਾਜ ਜਮਾ ਲਿਆ। ਜੇ ਸੱਚਮੁੱਚ ਹੀ ਤੁਹਾਡੀਆਂ ਬਾਹਾਂ 'ਚ ਕੋਈ ਬਲ ਹੁੰਦਾ ਤੇ ਬਾਹਰੋਂ 10 ਕੁ ਬੰਦੇ ਆ ਕੇ ਏਡੇ ਵੱਡੇ ਹਿੰਦੁਸਤਾਨ ਤੇ ਉਹ ਕਬਜ਼ਾ ਕਿਵੇਂ ਕਰ ਲੈਂਦੇ? ਇਸ ਲਈ ਮੈਨੂੰ ਇਹੋ ਜਿਹੇ ਕਿਸੇ ਧਾਗੇ ਦੀ ਜ਼ਰੂਰਤ ਨਹੀਂ। ਉਹ ਜ਼ਰੂਰ ਤਿਲ ਮਿਲਾ ਉੱਠੇ ਹੋਣਗੇ, ਸੜ ਬਲ ਗਏ ਹੋਣਗੇ ਕਿ 9-10 ਵਰ੍ਹਿਆਂ ਦਾ ਬਾਲਕ ਏ ਤੇ ਸਾਨੂੰ ਇਹਨੇ ਕਿਹੋ ਜਿਹੀਆਂ ਗੱਲਾਂ ਸੁਣਾ ਦਿੱਤੀਆਂ ਨੇ ਤੇ ਸਾਨੂੰ ਇਹ ਦੱਸਿਆ ਵੀ ਜੇ ਤੁਹਾਡੇ ਕੋਲ ਦਇਆ ਕਪਾ ਸੰਤੋਖ ਸੂਤ ਜਤ ਗੰਢੀ 7 ਵੱਟ, ਜੇ ਆ ਉੱਚੇ ਆਚਰਨ ਵਾਲਾ ਜਨੇਊ ਹੈ ਤੁਹਾਡੇ ਕੋਲ, ਹੈ ਤਾਂ ਪਾਂਡੇ ਘੱਤ, ਜੇ ਤੁਹਾਡੇ ਕੋਲ ਹੈ ਤੇ ਮੈਨੂੰ ਪਾ ਦਿਓ, ਮੈਂ ਪਾਉਣ ਲਈ ਤਿਆਰ ਹਾਂ। ਪਰ ਜਿਹੜਾ ਧਾਗਾ ਤੁਸੀਂ ਗਲ ਵਿੱਚ ਪਾਈ ਫਿਰਦੇ ਹੋ, ਤੁਹਾਡਾ ਆਪਣਾ ਆਚਰਨ ਡਿੱਗਿਆ ਹੋਇਆ ਹੈ। ਫਿਰ ਉਹਨਾਂ ਨੇ ਆਪਣੇ ਨਾਲ ਭਾਈ ਮਰਦਾਨਾ ਜੀ ਨੂੰ ਲੈ ਲਿਆ। ਉਹ ਕਹੇ ਜਾਂਦੇ ਸ਼ੂਦਰ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਇੱਕ ਉਹ ਮੁਸਲਮਾਨ, ਦੂਜੇ ਉਹ ਸ਼ੂਦਰ ਪਰਿਵਾਰ ਨਾਲ ਸੰਬੰਧ ਰੱਖਦੇ ਤੇ ਗੁਰੂ ਨਾਨਕ ਸਾਹਿਬ ਨੇ ਉਹਨੂੰ
ਭਾਈ ਬਣਾ ਲਿਆ, ਭਰਾ ਬਣਾ ਲਿਆ। ਪਹਿਲੀ ਉਦਾਸੀ ਤੋਂ ਪਹਿਲਾਂ ਹੀ ਉਹ ਭਾਈ ਲਾਲੋ ਦੇ ਘਰ ਚਲੇ ਗਏ, ਉਹ ਵੀ ਸ਼ੂਦਰ। ਉਹਦੇ ਘਰ ਰਾਤ ਠਹਿਰੇ, ਉਹਦੇ ਘਰੋਂ ਭੋਜਨ ਛਕਿਆ। ਤੇ ਏਮਨਾਬਾਦ ਦੇ ਸਾਰੇ ਖੱਤਰੀ ਤੇ ਸਾਰੇ ਬ੍ਰਾਹਮਣ ਸੜ ਬਲ ਗਏ ਵੀ ਇਹਨੇ ਸ਼ੂਦਰਾਂ ਦੇ ਘਰੋਂ ਭੋਜਨ ਖਾ ਕੇ ਬੇਦੀ ਕੁੱਲ ਨੂੰ, ਖੱਤਰੀਆਂ ਦੀ ਕੁੱਲ ਨੂੰ ਦਾਗ ਲਾ ਦਿੱਤਾ। ਮੈਂ ਜੀ ਤੁਹਾਨੂੰ ਦੱਸ ਰਿਹਾ ਵਿਰੋਧਤਾ ਦੇ ਕਾਰਨ ਕੀ ਸਨ। ਇੱਥੋਂ ਕਾਰਨ ਸ਼ੁਰੂ ਹੋਏ ਨੇ। ਜੇ ਗੁਰੂ ਜੀ ਮੱਕੇ ਚਲੇ ਗਏ ਤੇ ਮੁੱਲਾਂ ਤੇ ਕਾਜੀ ਮਿਲ ਕੇ ਇਕੱਠੇ ਹੋ ਕੇ ਆਏ ਤੇ ਆਖਣ ਲੱਗੇ, ਨਾਨਕ ਜੀ ਇਹ ਦੱਸੋ, ਕਿਉਂਕਿ ਉਸ ਵਕਤ ਦੋ ਹੀ ਵੱਡੀਆਂ ਕੌਮਾਂ ਸਨ ਹਿੰਦੁਸਤਾਨ ਵਿੱਚ, ਮੁਸਲਮਾਨ ਤੇ ਹਿੰਦੂ। ਉਹ ਪੁੱਛਦੇ ਨੇ ਵੀ ਹਿੰਦੂ ਵੱਡਾ ਕਿ ਮੁਸਲਮਾਨੋਈ। ਗੁਰੂ ਜੀ ਨੇ ਆਖਿਆ ਸੀ, ਐ ਕਾਜੀ ਤੇ ਮੁੱਲਾਂ ਜੀ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਜਿੰਨਾ ਚਿਰ ਤੁਸੀਂ ਚੰਗੇ ਕਰਮ ਨਹੀਂ ਕਮਾਉਂਦੇ, ਤੁਹਾਡਾ ਆਚਰਨ ਚੰਗਾ ਨਹੀਂ, ਤੁਹਾਡਾ ਵਿਵਹਾਰ ਚੰਗਾ ਨਹੀਂ, ਨਾ ਤੁਸੀਂ ਚੰਗੇ ਮੁਸਲਮਾਨ ਹੋ ਤੇ ਨਾ ਤੁਸੀਂ ਚੰਗੇ ਹਿੰਦੂ ਹੋ। ਉਹਨਾਂ ਸੱਚੀਆਂ ਸੱਚੀਆਂ ਗੱਲਾਂ ਨੇ ਜੀ, ਕੋਈ ਇਹਦੇ ਝੂਠ ਨਹੀਂ, ਰੱਤੀ ਜਿੰਨਾ ਵੀ, ਪਰ ਇਹ ਸੱਚ ਉਹਨਾਂ ਨੂੰ ਚੁੱਭ ਜਾਂਦਾ ਸੀ। ਇੱਕ ਛੋਟੀ ਉਮਰ ਦਾ ਜਵਾਨ ਸਾਡੇ ਸਾਹਮਣੇ ਏਡੇ ਏਡੇ ਵੱਡੇ ਹਾਜੀ ਤੇ ਕਾਜੀ ਤੇ ਮੁੱਲਾਂ ਮੁਲਾਣੇ ਇਕੱਠੇ ਹੋਏ ਹੋਣ ਤੇ ਉਹਨਾਂ ਨੂੰ ਆਖੇ ਵੀ ਤੁਸੀਂ ਚੱਜ ਦੇ ਮੁਸਲਮਾਨ ਹੀ ਨਹੀਂ ਹੋ। ਫਿਰ ਉਹਨਾਂ ਨੇ ਆਖਿਆ ਸੀ, ਝੂਠ ਨਾ ਬੋਲ ਪਾਂਡੇ, ਸੱਚ ਕਹੀਐ। ਬ੍ਰਾਹਮਣ ਦੇਵਤਾ, ਤੂੰ ਗਲ ਵਿੱਚ ਤੇ ਪਵਿੱਤਰ ਧਾਗਾ ਪਾਇਆ ਹੈ, ਤੂੰ ਪੂਜਾ ਪਾਠ ਵੀ ਰੋਜ਼ ਕਰਦਾ ਹੈ, ਤੂੰ ਧੂਪਾਂ ਵੀ ਧਕਾਉਂਦਾ ਹੈ, ਤੂੰ ਮੂਰਤੀ ਪੂਜਾ ਵੀ ਕਰਦਾ ਹੈ, ਤੂੰ ਉਹਨਾਂ ਨੂੰ ਭੋਗ ਵੀ ਲਵਾਉਣਾ ਹੈ, ਪਰ ਤੇਰੀ ਜ਼ੁਬਾਨ ਤੇ ਇੰਨਾ ਝੂਠ ਟਿਕਿਆ ਹੋਇਆ ਹੈ। ਤੂੰ ਲੋਕਾਂ ਨੂੰ ਝੂਠੇ ਲਾਰੇ ਲਾਉਣਾ ਹੈ ਕਿ ਤੁਹਾਨੂੰ ਆਹ ਮੰਤਰ ਪੜ੍ਹ ਕੇ ਮੈਂ ਸਵਰਗਾਂ ਨੂੰ ਭੇਜ ਦਿਆਂਗਾ, ਆਹ ਮੰਤਰ ਪੜ੍ਹ ਕੇ ਤੁਹਾਡੇ ਦੁੱਖ ਦੂਰ ਕਰ ਦਿਆਂਗਾ। ਉਹਨਾਂ ਤੋਂ ਮਾਇਆ ਲੈਣਾ ਹੈ ਤੇ ਝੂਠ ਦੀ ਤੂੰ ਦੁਕਾਨ ਖੋਲੀ ਹੋਈ ਹੈ ਮਾਨੋ। ਇਹ ਗੱਲਾਂ ਨੇ ਜੀ ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਇਹਨਾਂ ਲੋਕਾਂ ਦੀ ਵਿਰੋਧਤਾ ਖੜੀ ਕੀਤੀ। ਔਰ ਸੱਚ ਕਹਿੰਦੇ ਨੇ ਜੀ, ਸੁਣਨਾ ਬੜਾ ਹੀ ਔਖਾ ਹੁੰਦਾ। ਸੁਣਨਾ ਤੇ ਔਖਾ ਹੁੰਦਾ ਹੀ ਹੈ, ਪਰ ਕਹਿਣਾ ਉਸ ਤੋਂ ਵੀ ਔਖਾ ਹੁੰਦਾ। ਗੁਰੂ ਨਾਨਕ ਸਾਹਿਬ ਸੱਚ ਬੋਲਦੇ ਨੇ, ਸੁਣਨ ਵਾਲੇ ਜਿਹੜੇ ਨੇ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ, ਉਹ ਸੜ ਬਲ ਜਾਂਦੇ ਸਨ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਬਾਰ ਵਿੱਚ ਬਾਬਰ ਦਾ ਮੁੰਡਾ ਹਮਾਯੂ ਆ ਗਿਆ ਤੇ ਗੁਰੂ ਮਹਾਰਾਜ ਦੇ ਲਈ ਤੇ ਹਰ ਬੰਦਾ ਇੱਕੋ ਜਿਹਾ ਹੀ ਸੀ ਨਾ। ਉਹ ਸਮਝਦਾ ਸੀ ਆਪਣੇ ਆਪ ਨੂੰ ਮੈਂ ਜ਼ਿਆਦਾ ਪੰਨੇ ਖਾ ਹਾਂ ਤੇ ਮੇਰਾ ਦੂਜਿਆਂ ਨੂੰ ਵੱਖਰਾ ਤੇ ਉਚੇਚਾ ਸਤਿਕਾਰ ਤੇ ਸਨਮਾਨ ਹੋਣਾ ਚਾਹੀਦਾ ਸੀ। ਗੁਰੂ ਜੀ ਨੇ ਐਸਾ ਨਹੀਂ ਕੀਤਾ। ਉਹਨੇ ਕਿਰਪਾਨ ਕੱਢ ਲਈ। ਜਦੋਂ ਗੁਰੂ ਜੀ ਨੇ ਨੇਤਰ ਮਿਲਾਏ ਹਮਾਯੂ ਦੇ ਨਾਲ ਤੇ ਆਖਣ ਲੱਗੇ, ਹੁਣੇ ਤੇ ਉੱਥੋਂ ਤੂੰ ਉਹਨਾਂ ਤੋਂ ਸ਼ੇਰ ਸ਼ਾਹ ਕੋਲੋਂ ਹਾਰ ਖਾ ਕੇ ਭੱਜਿਆ ਆਉਣਾ ਹੈ, ਇਹ ਤੇਰੀ ਕਿਰਪਾਨ ਉੱਥੇ ਮੈਦਾਨੇ ਜੰਗ ਵਿੱਚ ਕਿਉਂ ਨਾ ਨਿਕਲੀ? ਇੱਥੇ ਸਾਧੂਆਂ ਉੱਤੇ ਆ ਕੇ ਤੂੰ ਕਿਰਪਾਨ ਕੱਢ ਕੇ ਖਲੋ ਗਿਆ। ਬੜਾ ਸ਼ਰਮਸਾਰ ਹੋਇਆ। ਗੁਰੂ ਅਮਰਦਾਸ ਮਹਾਰਾਜ ਜੀ ਦੇ ਉੱਤੇ ਇਹਨਾਂ ਲੋਕਾਂ ਨੇ ਝੂਠੇ ਪਰਚੇ ਦਰਜ ਕਰਵਾਏ। ਲਾਹੌਰ ਦੇ ਅੰਦਰ ਗੁਰੂ ਮਹਾਰਾਜ ਜੀ ਨੂੰ ਸੰਮਨ ਜਾਰੀ ਕਰਕੇ ਬੁਲਾਇਆ ਗਿਆ। ਉਹ ਆਪ ਭਾਵੇਂ ਨਾ ਗਏ, ਉਹਨਾਂ ਭਾਈ ਜੇਠਾ ਜੀ, ਫਿਰ ਜਿਹੜੇ ਬਾਅਦ ਵਿੱਚ ਗੁਰੂ ਰਾਮਦਾਸ ਬਣੇ, ਉਹਨਾਂ ਨੂੰ ਭੇਜਿਆ। ਲਾਹੌਰ ਵਿੱਚ ਅਕਬਰ ਦੇ ਦਰਬਾਰ ਵਿੱਚ ਉਹਨਾਂ ਨੂੰ ਹਾਜ਼ਰ ਹੋਣਾ ਪਿਆ। ਇਹ ਸਾਰੀਆਂ ਚੀਜ਼ਾਂ ਜੀ ਸ਼ੁਰੂ ਤੋਂ ਹੀ ਇਹਨਾਂ ਨੇ ਵਿਰੋਧਤਾ ਸ਼ੁਰੂ ਕਰ ਦਿੱਤੀ ਸੀ, ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੇਲੇ ਹੀ ਨਹੀਂ। ਸੋ ਇਹ ਵਿਰੋਧਤਾ ਜਾਰੀ ਰਹੀ। ਉਸੇ ਵਿਰੋਧਤਾ ਦੇ ਕਾਰਨ ਹੀ
ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹਾਦਤ ਦੇਣੀ ਪਈ। ਉਸੇ ਵਿਰੋਧਤਾ ਦਾ ਕਾਰਨ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ 4 ਲੜਾਈਆਂ ਲੜਨੀਆਂ ਪਈਆਂ। ਉਸੇ ਹੀ ਵਿਰੋਧਤਾ ਦਾ ਕਾਰਨ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸ਼ਹਾਦਤ ਦੇਣੀ ਪਈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਹੁਣ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਿੰਦੂਆਂ ਦੀ ਬਾਂਹ ਫੜਦੇ ਨੇ ਤੇ ਮੁਸਲਮਾਨ ਨਾਰਾਜ਼ ਹੁੰਦੇ ਨੇ, ਜੇ ਉਹ ਮੁਸਲਮਾਨਾਂ ਦੀ ਗੱਲ ਕਰਦੇ ਨੇ ਤੇ ਹਿੰਦੂ ਨਾਰਾਜ਼ ਹੁੰਦੇ ਨੇ, ਇਹ ਵਿਰੋਧਤਾ ਦੇ ਕਾਰਨ ਹਨ ਜੀ। ਧੰਨ ਗੁਰੂ ਕਲਗੀਧਰ ਪਾਤਸ਼ਾਹ ਦਾ ਵਕਤ ਆਇਆ ਤੇ ਉਹਨਾਂ ਦੇ ਨਾਲ ਤੇ ਵਿਰੋਧਤਾ ਦੀ ਹੱਦ ਹੋ ਗਈ। ਅੰਦਰੋਂ ਵੀ ਵਿਰੋਧਤਾ ਤੇ ਬਾਹਰੋਂ ਵੀ ਵਿਰੋਧਤਾ। ਮੇਰਾ ਮਤਲਬ ਅੰਦਰੋਂ ਤੋਂ ਇਹ ਜਿਹੜੇ ਪਹਾੜੀ ਰਾਜੇ ਸਨ, ਇਹ ਹਿੰਦੂ ਰਾਜਪੂਤ ਰਾਜੇ ਸਨ, 22 ਧਾਰ ਦੇ ਰਾਜੇ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ। ਔਰ ਇਹਨਾਂ ਰਾਜਿਆਂ ਦੇ ਜਿਹੜੇ ਬਜ਼ੁਰਗ ਸਨ, ਦਾਦੇ ਪੜਦਾਦੇ, ਉਹ ਜਹਾਂਗੀਰ ਦੀ ਕੈਦ ਵਿੱਚ ਸਨ, ਗਵਾਲੀਅਰ ਦੇ ਕਿਲੇ ਵਿੱਚ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹਨਾਂ ਦੇ ਦਾਦਿਆਂ ਪੜਦਾਦਿਆਂ ਨੂੰ ਗਵਾਲੀਅਰ ਦੀ ਕੈਦ ਚੋਂ ਰਿਹਾ ਕਰਵਾਇਆ ਸੀ। ਵੇਖੋ, ਜਿਨ੍ਹਾਂ ਉੱਤੇ ਏਡੇ ਵੱਡੇ ਪਰਉਪਕਾਰ ਕੀਤੇ ਸਨ, ਉਹ ਵਿਰੋਧ ਵਿੱਚ ਖੜੇ ਹੋ ਗਏ। 22 ਧਾਰ ਦੇ ਰਾਜੇ ਵਿਰੋਧ ਵਿੱਚ ਖੜੇ ਹੋ ਗਏ। ਇਹਨਾਂ ਨੂੰ ਮੈਂ ਆਖਿਆ ਅੰਦਰੋਂ ਵੀ ਵਿਰੋਧਤਾ ਤੇ ਬਾਹਰੋਂ ਵਿਰੋਧਤਾ ਕਿਹੜੀ? ਔਰੰਗਜ਼ੇਬ ਵੱਲੋਂ, ਵਜ਼ੀਰ ਖਾਨ ਵੱਲੋਂ, ਲਾਹੌਰ ਦੇ ਗਵਰਨਰ ਵੱਲੋਂ, ਕਸ਼ਮੀਰ ਦੇ ਸੂਬੇਦਾਰ ਵੱਲੋਂ। ਇਹ ਪੂਰੀ ਦੁਨੀਆ ਹੀ ਵਿਰੋਧ ਵਿੱਚ ਖੜੀ ਹੋ ਗਈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਉਹਨਾਂ ਨੇ ਸੱਚ ਦਾ ਪੱਲਾ ਫੜਿਆ ਸੀ, ਸੱਚ ਦੀ ਆਵਾਜ਼ ਉਹਨਾਂ ਬੁਲੰਦ ਕੀਤੀ। ਉਹ ਜ਼ੁਲਮ ਦੇ ਖਿਲਾਫ ਲੜ ਰਹੇ ਸਨ ਤੇ ਲੜਦੇ ਹੀ ਰਹੇ ਅਖੀਰਲੇ ਦਮ ਤੱਕ। ਨਾ ਉਹਨ ਜ਼ੁਲਮ ਤੋਂ ਘਬਰਾਏ, ਨਾ ਜ਼ੁਲਮ ਅੱਗੇ ਉਹਨਾਂ ਹਥਿਆਰ ਸੁੱਟੇ। ਉਹਨਾਂ ਚਿਰ ਉਹ ਸ਼ਾਂਤੀ ਨਾਲ ਨਹੀਂ ਬੈਠੇ, ਮਜ਼ਲੂਮਾਂ ਦੀ ਰਾਖੀ, ਮਜ਼ਲੂਮਾਂ ਦੀ ਸਹਾਇਤਾ ਕਰਦੇ ਰਹੇ, ਜਿੰਨਾ ਚਿਰ ਉਹਨਾਂ ਦੇ ਸਰੀਰ ਵਿੱਚ ਅਖੀਰਲਾ ਇੱਕ ਵੀ ਸਵਾਸ ਬਾਕੀ ਸੀ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਨੰਦਪੁਰ ਦੇ ਨੂੰ ਜਦੋਂ ਘੇਰਾ ਪਿਆ ਹੈ ਨਾ ਜੀ, ਆਨੰਦਪੁਰ ਦੇ ਅੰਦਰ 6 ਲੜਾਈਆਂ ਹੋਈਆਂ ਵੱਡੀਆਂ। ਤੇ ਇਹ ਘੇਰਾ ਜਿਹੜਾ ਹੈ ਮਾਰਚ 1704 ਵਿੱਚ ਪਿਆ ਸੀ ਤੇ ਦਸੰਬਰ 1704 ਤੱਕ ਚੱਲਿਆ, ਯਾਨੀ 8-9 ਮਹੀਨੇ ਘੇਰਾ ਪਿਆ ਰਿਹਾ। ਵੱਡੇ ਵੱਡੇ ਯੋਧੇ ਆਏ ਇੱਥੇ ਲੜਨ ਵਾਸਤੇ, ਜਿਹੜੇ ਕਹਿੰਦੇ ਸਨ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਹੱਥੋਂ ਹੱਥੀ ਫੜ ਕੇ ਲੈ ਆਉਣਾ ਹੈ। ਜੇ ਨਾ ਜਿਉਂਦੇ ਨੂੰ ਫੜ ਸਕੇ ਤੇ ਉਹਦਾ ਸਿਰ ਲਿਆ ਕੇ ਔਰੰਗਜ਼ੇਬ ਦੇ ਪੇਸ਼ ਕਰਨਾ ਹੈ। ਇਹੋ ਜਿਹੀਆਂ ਕਸਮਾਂ ਖਾ ਕੇ ਦਿੱਲੀਓਂ ਤੁਰਦੇ ਸਨ ਜਿਹੜੇ। ਉਹਨਾਂ ਵਿੱਚੋਂ ਇੱਕ ਹੈ ਜੀ ਸੈਦ ਖਾਨ। ਇਹ ਸੈਦ ਖਾਨ ਔਰੰਗਜ਼ੇਬ ਦੇ ਦਰਬਾਰ ਤੋਂ ਆਇਆ ਆਪਣੀ ਸੈਨਾ ਦੀ ਪੂਰੀ ਟੁਕੜੀ ਨਾਲ ਲੈ ਕੇ, ਤੇ ਉਸ ਵਕਤ ਦੇ ਜਿਹੜੇ ਸਭ ਤੋਂ ਵਧੀਆ ਹਥਿਆਰ ਸਨ ਉਹ ਲੈ ਕੇ ਆਇਆ ਸੀ। ਸ਼ਾਹਬਾਦ ਦੇ ਲਾਗੇ, ਅੰਬਾਲੇ ਦੇ ਲਾਗੇ ਇੱਕ ਸਢੌਰਾ ਪਿੰਡ ਪੈਂਦਾ ਹੈ ਜੀ, ਉੱਥੇ ਰਹਿੰਦੇ ਸਨ ਪੀਰ ਬੁੱਧੂ ਸ਼ਾਹ। ਤੇ ਪੀਰ ਬੁੱਧੂ ਸ਼ਾਹ ਦੀ ਜਿਹੜੀ ਬੇਗਮ ਸੀ ਨਸੀਰਾਂ, ਬੀਬੀ ਨਸੀਰਾਂ, ਉਹ ਸੈਦ ਖਾਨ ਦੀ ਸਕੀ ਭੈਣ ਸੀ। ਤੇ ਉਹਨੇ ਸੋਚਿਆ ਵੀ ਚੱਲ ਮੈਂ ਰਾਤ ਭੈਣ ਕੋਲ ਰੁਕਦਾ, ਸਵੇਰੇ ਆਨੰਦਪੁਰ ਉੱਥੋਂ ਅਗਾਂਹ ਚਲਾ ਜਾਵਾਂਗਾ। ਰਾਤ ਉੱਥੇ ਰੁਕਿਆ। ਭੈਣ ਨੇ ਪੁੱਛਿਆ, ਵੀਰ ਕਿੱਥੇ ਚੱਲਿਆ ਇੰਨੀ ਫੌਜ ਲੈ ਕੇ, ਇੰਨੇ ਹਥਿਆਰ ਲੈ ਕੇ, ਗੋਲੀ ਸਿੱਕਾ ਲੈ ਕੇ? ਉਹਨੇ ਆਖਿਆ ਮੈਂ ਆਨੰਦਪੁਰ ਚੱਲਿਆ ਤੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੱਥੋਂ ਹੱਥੀ ਜਾ ਕੇ ਫੜ ਕੇ ਤੇ ਔਰੰਗਜ਼ੇਬ ਦੇ ਪੇਸ਼ ਕਰਨਾ ਚਾਹੁੰਦਾ। ਨਸੀਰਾਂ ਜਾਣਦੀ ਸੀ, ਨਸੀਰਾਂ ਦੇ ਪੁੱਤਰ, ਨਸੀਰਾਂ ਦੇ ਭਤੀਜੇ, ਬੁੱਧੂ ਸ਼ਾਹ ਦੇ ਮੁਰੀਦ ਭੰਗਾਣੀ ਦੇ ਯੁੱਧ ਵਿੱਚ ਸ਼ਹੀਦ ਹੋਏ ਸਨ। ਉਹ ਗੁਰੂ ਸਾਹਿਬ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਸਨ। ਆਖਣ ਲੱਗੀ, ਵੀਰਾ ਤੂੰ ਚੱਲਿਆ ਆਨੰਦਪੁਰ ਨੂੰ
ਮੈਂ ਤੇਰੇ ਅੱਗੇ ਇੱਕ ਅਰਜ਼ ਕਰਦੀ ਹਾਂ, ਆਨੰਦਪੁਰ ਨਾ ਜਾ। ਉਹਨੇ ਆਖਿਆ ਕਿਉਂ? ਭੈਣ ਨੇ ਆਖਿਆ ਵੀਰ, ਕਦੀ ਕੋਈ ਅੱਲਾ ਨਾਲ ਮੱਥਾ ਲਾ ਕੇ ਜਿੱਤ ਨਹੀਂ ਸਕਦਾ। ਉਹ ਅੱਲਾ ਦਾ ਨੂਰ ਹੈ ਗੁਰੂ ਗੋਬਿੰਦ ਸਿੰਘ, ਤੂੰ ਉਸ ਨੂੰ ਫੜਨ ਚੱਲਿਆ ਹੈ। ਇਹ ਤੇਰਾ ਭੁਲੇਖਾ ਏ, ਤੂੰ ਕਾਮਯਾਬ ਕਦੇ ਨਹੀਂ ਹੋਏਗਾ। ਉੱਥੇ ਵੱਡੇ ਵੱਡੇ ਯੋਧੇ ਗਏ ਨੇ, ਮੂੰਹ ਦੀ ਖਾ ਕੇ ਮੁੜਦੇ ਨੇ, ਤੇ ਤੂੰ ਨਾ ਜਾ। ਉਹਨੇ ਆਖਿਆ ਸੀ ਭੈਣ, ਮੈਂ ਕਸਮ ਖਾ ਕੇ ਦਿੱਲੀੋਂ ਤੁਰਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੈਂ ਹੱਥੀਂ ਫੜ ਕੇ ਲਿਆਉਣਾ ਜਿਉਂਦੇ ਨੂੰ, ਤੇ ਮੈਨੂੰ ਤੂੰ ਨਾ ਰੋਕ। ਹੰਕਾਰ ਸੀ ਜਵਾਨੀ ਦਾ, ਹਥਿਆਰਾਂ ਦਾ, ਫੌਜ ਦਾ। ਉਧਰੋਂ ਫਿਰ ਬੜੇ ਵੱਡੇ ਵੱਡੇ ਇਨਾਮ ਮਿਲਨੇ ਸਨ। ਦਿਨ ਚੜ੍ਹੇ ਤੋਂ ਪਹਿਲਾਂ ਉਹਨੇ ਚਾਲੇ ਪਾਤੇ। ਭੈਣ ਨੂੰ ਮਿਲਿਆ ਵੀ ਨਹੀਂ ਵੀ ਇਹਨੇ ਫਿਰ ਰੋਕਣਾ ਮੈਨੂੰ। ਭੈਣ ਨੇ ਜਦੋਂ ਤੁਰਿਆ, ਉਦੋਂ ਤੋਂ ਲੈ ਕੇ ਗਲ ਵਿੱਚ ਪੱਲਾ ਪਾਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਯਾਦ ਕਰਦਿਆਂ ਬਾਰ-ਬਾਰ ਅਰਦਾਸਾਂ ਕੀਤੀਆਂ, ਸਤਿਗੁਰੂ ਇਹ ਮੇਰਾ ਭਰਾ ਆਉਂਦਾ ਪਿਆ ਤੁਹਾਡੇ ਵੱਲ ਨੂੰ, ਇਹ ਰਾਜ ਮੱਧ ਵਿੱਚ ਚੂਰ ਹੋਇਆ ਪਿਆ, ਇਹਨੂੰ ਨਹੀਂ ਪਤਾ ਕਿ ਕਿੱਥੇ ਜਾ ਰਿਹਾ ਹੈ। ਉਹਨੇ ਮੇਰੀ ਇੱਕ ਗੱਲ ਨਹੀਂ ਸੁਣੀ, ਪਰ ਦਿਲਾਂ ਦੇ ਪਾਤਸ਼ਾਹ ਤੁਸੀਂ ਤੇ ਮੇਰੀ ਗੱਲ ਸੁਣਦੇ ਹੋ, ਮੇਰੇ ਭਰਾ ਨੂੰ ਮੁਆਫ ਕਰ ਦਿਆ ਜੀ। ਭਰਾ ਪਹੁੰਚ ਗਿਆ ਆਨੰਦਪੁਰ, ਰਾਤ ਕੱਟੀ। ਦਿਨ ਚੜ੍ਹਦਿਆਂ ਹੀ ਹਮਲਾ ਬੋਲ ਦਿੱਤਾ ਆਨੰਦਪੁਰ ਸਾਹਿਬ ਦੇ ਉੱਤੇ। ਗੁਰੂ ਮਹਾਰਾਜ ਕੋਲ ਉਹਦੀ ਭੈਣ ਦੀਆਂ ਅਰਦਾਸਾਂ ਪਹਿਲਾਂ ਹੀ ਪਹੁੰਚੀਆਂ ਹੋਈਆਂ ਸਨ। ਗੁਰੂ ਜੀ ਨੇ ਕਿਲੇ ਦਾ ਦਰਵਾਜ਼ਾ ਖੁਲਾਇਆ, ਘੋੜੇ ਤੇ ਸਵਾਰ ਹੋਏ ਤੇ ਫੌਜ ਦੇ ਆਪਣੇ ਸਿੰਘਾਂ ਦੇ ਨਾਲ ਸਭ ਤੋਂ ਅੱਗੇ ਆਪ ਆਏ। ਜਿੱਥੇ ਜਰਨੈਲ ਸੈਦ ਖਾਂ ਖਲੋਤਾ ਸੀ, ਘੋੜਾ ਛੇੜਿਆ ਤੇ ਉਹਦੇ ਸਾਹਮਣੇ ਚਲੇ ਗਏ। ਉਹਨੂੰ ਜਾ ਕੇ ਆਖਣ ਲੱਗੇ, ਸੈਦ ਖਾਨ ਤੂੰ ਮੈਨੂੰ ਫੜਨ ਵਾਸਤੇ ਆਇਆ ਤੇ ਕਸਮ ਖਾ ਕੇ ਆਇਆ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਉਂਦੇ ਨੂੰ ਫੜ ਕੇ ਲਿਆਵਾਂਗਾ। ਤੂੰ ਆ ਗਿਆ ਜੀ ਆਇਆਂ ਨੂੰ। ਆਹ ਜਿਹੜੇ ਇੰਨੇ ਮਾਵਾਂ ਦੇ ਪੁੱਤ ਨਾਲ ਲੈ ਕੇ ਆਇਆ, ਇਹਨਾਂ ਨੂੰ ਨਾ ਮਰਵਾ। ਮੈਂ ਤੇਰੇ ਸਾਹਮਣੇ ਆਇਆ, ਤੂੰ ਜਰਨੈਲ ਹੈ ਫੌਜਾਂ ਦਾ, ਤੇ ਤੂੰ ਆ ਮੇਰੇ ਨਾਲ ਮੁਕਾਬਲਾ ਤੂੰ ਕਰ, ਫੌਜਾਂ ਨੂੰ ਪਰੇ ਰਹਿਣ ਦੇ। ਤੇ ਮੁਕਾਬਲਾ ਵੀ ਇਹ ਹੈ ਕਿ ਸਾਡੇ ਵੱਡੇ ਵਡੇਰਿਆਂ ਦੀ ਇੱਕ ਪਿਰਤ ਹੈ, ਉਹਨਾਂ ਦੀ ਇੱਕ ਪਰੰਪਰਾ ਏ, ਅਸੀਂ ਪਹਿਲਾਂ ਕਿਸੇ ਤੇ ਵਾਰ ਨਹੀਂ ਕਰਦੇ ਹੁੰਦੇ। ਪੈਂਦੇ ਖਾਂ ਆਇਆ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੇ ਦਾਦਾ ਜੀ ਦੇ ਕੋਲ, ਤੇ ਉਹਨਾਂ ਨੇ ਆਖਿਆ ਸੀ ਪੈਂਦੇ ਖਾਂ ਪਹਿਲਾਂ ਤੂੰ ਵਾਰ ਕਰ। ਉਸਨੇ ਇੱਕ ਵਾਰ ਕੀਤਾ ਤੇ ਆਖਿਆ ਇੱਕ ਹੋਰ ਕਰ ਲਾ। ਉਹਨੇ ਦੂਜਾ ਵਾਰ ਕੀਤਾ ਤੇ ਗੁਰੂ ਜੀ ਨੇ ਆਖਿਆ ਸੀ ਤੂੰ ਇੱਕ ਹੋਰ ਕਰ। 3 ਵਾਰ ਉਹਨੇ ਕੀਤੇ ਸਨ ਪੈਂਦੇ ਖਾਂ ਨੇ। ਗੁਰੂ ਮਹਾਰਾਜ ਰੋਕਦੇ ਰਹੇ ਤੇ ਅਖੀਰ ਹੱਸਦੇ ਹੱਸਦੇ ਮੁਸਕਰਾਉਂਦੇ ਹੋਏ ਆਖਣ ਲੱਗੇ, ਪੈਂਦੇ ਖਾਂ ਵਾਰ ਇਸ ਤਰ੍ਹਾਂ ਨਹੀਂ ਕਰੀਦਾ, ਲੈ ਮੈਂ ਤੈਨੂੰ ਜਾਚ ਸਿਖਾਵਾਂ ਵਾਰ ਕਿਵੇਂ ਕਰੀਦਾ। ਇੱਕੋ ਵਾਰ ਨਾਲ ਘੋੜੇ ਤੋਂ ਥੱਲੇ ਸੁੱਟ ਲਿਆ ਸੀ। ਸਾਡੀ ਪਰੰਪਰਾ, ਅਸੀਂ ਪਹਿਲਾਂ ਕਿਸੇ ਤੇ ਵਾਰ ਨਹੀਂ ਕਰਦੇ। ਸੈਦ ਖਾਨ ਤੂੰ ਆ ਮੇਰੇ ਤੇ ਵਾਰ ਕਰ। ਸੈਦ ਖਾਨ ਘੋੜੇ ਤੇ ਸੀ। ਗੁਰੂ ਮਹਾਰਾਜ ਜੀ ਨੇ ਉਹਦੇ ਨੇਤਰਾਂ ਵਿੱਚ ਨੇਤਰ ਪਾਏ। ਸੈਦ ਖਾਨ ਦੇ ਹੱਥੋਂ ਕਿਰਪਾਨ ਡਿੱਗ ਪਈ। ਘੋੜੇ ਤੋਂ ਥੱਲੇ ਉਤਰਿਆ, ਜੋੜਾ ਪਰੇ ਉਤਾਰ ਦਿੱਤਾ। ਸਤਿਗੁਰੂ ਜੀ ਘੋੜੇ ਤੇ ਸਵਾਰ ਸਨ, ਰਕਾਬ ਦੇ ਵਿੱਚ ਉਹਨਾਂ ਦੇ ਪਵਿੱਤਰ ਚਰਨ ਸਨ। ਆ ਕੇ ਚਰਨ ਫੜ ਲਏ। ਭੈਣ ਦੀਆਂ ਅਰਦਾਸਾਂ ਨੇ ਕੰਮ ਕੀਤਾ। ਚਰਨ ਫੜ ਕੇ ਆਖਣ ਲੱਗਾ, ਸਤਿਗੁਰੂ ਜੀ ਮੇਰੀ ਭੈਣ ਨੇ ਮੈਨੂੰ ਬੜਾ ਰੋਕਿਆ ਸੀ, ਮੈਂ ਉਹਦੀ ਗੱਲ ਇੱਕ ਨਹੀਂ ਸੁਣੀ। ਉਹ ਮੈਨੂੰ ਬਾਰ-ਬਾਰ ਆਖਦੀ ਸੀ ਤੂੰ ਅੱਲਾ ਦੇ ਨੂਰ ਉੱਤੇ ਹਮਲਾ ਕਰਨ ਚੱਲਿਆ ਹੈ। ਮੈਂ ਭੁਲੇਖੇ ਵਿੱਚ ਸਾਂ।
ਮੇਰੇ ਭੁਲੇਖੇ ਸਾਰੇ ਦੂਰ ਹੋ ਗਏ ਨੇ, ਮੈਨੂੰ ਆਪਣੀ ਸ਼ਰਨ ਵਿੱਚ ਰੱਖੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੈਦ ਖਾਨ ਨੂੰ ਆਪਣੇ ਕੋਲ ਕੁਝ ਦਿਨ ਰੱਖਿਆ ਤੇ ਉਸ ਨੂੰ ਸਿਮਰਨ ਕਿਵੇਂ ਕਰੀਦਾ ਹੈ, ਭਜਨ ਕਿਵੇਂ ਕਰੀਦਾ ਹੈ, ਅੱਲਾ ਦੀ ਬੰਦਗੀ ਕਿਵੇਂ ਕਰੀਦੀ ਹੈ, ਜਾਚ ਸਿਖਾਈ। ਤੇ ਇਤਿਹਾਸ ਦੱਸਦਾ ਜੀ ਉਸ ਤੋਂ ਬਾਅਦ ਉਹ ਜੰਗਲਾਂ ਨੂੰ ਭਗਤੀ ਕਰਨ ਚਲਾ ਗਿਆ, ਮੁੜ ਕੇ ਨਹੀਂ ਆਇਆ। ਸੋ ਅੱਜ ਆਪਾਂ ਇੱਥੇ ਗੱਲ ਸਮਾਪਤ ਕਰਦੇ ਹਾਂ ਜੀ। ਐਤਵਾਰ ਵਾਲੇ ਦਿਨ ਆਪਾਂ ਸ਼ੁਰੂ ਕਰਾਂਗੇ ਇਸੇ ਜਗ੍ਹਾ ਤੋਂ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿੱਛੇ ਜਿਹੜੀ ਤਾਕਤ ਹੈ, ਇੱਕ ਅਗਲਾ ਸਵਾਲ ਸੀ ਜਿਹਨੇ ਆ ਸਵਾਲ ਭੇਜਿਆ ਨਾ, ਉਹ ਕਹਿੰਦੇ ਸੀ ਵੀ ਥੋੜੇ ਜਿਹੇ ਮੁੱਠੀ ਭਰ ਸਿੰਘ ਏਡੀਆਂ ਏਡੀਆਂ ਵੱਡੀਆਂ ਫੌਜਾਂ ਨਾਲ ਕਿਵੇਂ ਲੜ ਜਾਂਦੇ ਸਨ, ਕਿਵੇਂ ਉਹਨਾਂ ਦਾ ਮੁਕਾਬਲਾ ਕਰ ਲੈਂਦੇ ਸਨ। ਆਪਾਂ ਵੇਖਾਂਗੇ ਸਿੰਘਾਂ ਦੇ ਵਿਚਕਾਰ ਕੌਣ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ। ਉਹ ਕਿੱਡੀ ਵੱਡੀ ਤਾਕਤ ਨੇ, ਉਹਨਾਂ ਦੇ ਬਰਾਬਰ ਦੀ ਕੋਈ ਤਾਕਤ ਦੁਨੀਆ ਵਿੱਚ ਹੋਰ ਨਹੀਂ ਹੋਈ। ਵੱਡੇ ਵੱਡੇ ਜਰਨੈਲ ਉਹਨਾਂ ਦਾ ਨਾਂ ਸੁਣ ਕੇ ਕੰਬ ਉੱਠਦੇ ਸਨ ਵੀ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਜਾਣਾ ਹੈ। ਉਹਨਾਂ ਨੂੰ ਪਤਾ ਸੀ ਸੈਦ ਖਾਨ ਗਿਆ ਸੀ ਤੇ ਉਹ ਅੱਖ ਵੀ ਨਹੀਂ ਸੀ ਮਿਲਾ ਸਕਿਆ, ਵਾਰ ਤੇ ਕਰਨੇ ਦੂਰ ਦੀਆਂ ਗੱਲਾਂ ਰਹਿ ਗਈਆਂ। ਜਿਨ੍ਹਾਂ ਦੇ ਵਿਚਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਣ ਤੇ ਉਹ ਆਖਦੇ ਹੋਣ 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਕੌਤਕ ਕਰਕੇ ਵਿਖਾਏ। ਆਪਾਂ ਐਤਵਾਰ ਨੂੰ ਸਮਝਾਂਗੇ। ਇੱਕ ਤੇ ਜੀ ਉਹਨਾਂ ਦਾ ਨਿਰੋਲ ਜੀਵਨ ਹੈ ਕਿ ਉਹ ਮੈਦਾਨੇ ਜੰਗ ਵਿੱਚ ਜਾਂਦੇ ਸਨ ਤੇ ਉਹਨਾਂ ਦੇ ਸਿੰਘ ਸੂਰਬੀਰ ਸਨ, ਉਹ ਹੌਸਲਾ ਦਿੰਦੇ ਸਨ ਤੇ ਸਿੰਘ ਲੜਦੇ ਸਨ। ਇੱਕ ਅਸੀਂ ਵੇਖਾਂਗੇ ਉਹਨਾਂ ਦੀ ਰੂਹਾਨੀਅਤ, ਉਹਨਾਂ ਦੀ ਦੈਵੀ ਸ਼ਕਤੀ। ਅਸਲ ਵਿੱਚ ਉਹ ਚੀਜ਼ ਹੈ ਜਿਹਦੇ ਸਹਾਰੇ 1.25 ਲੱਖ ਕੀ ਉਹ ਤੇ 10-10 ਲੱਖ ਤੋਂ ਭਾਰੂ ਹੋ ਗਏ। ਸੋ ਆਪਾਂ ਇੱਥੋਂ ਕਰਕੇ ਗੱਲ ਸ਼ੁਰੂ ਕਰਾਂਗੇ। ਸਮਾਂ ਹੋ ਗਿਆ। ਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦੇ ਵੱਡੇ ਚਮਕੌਰ ਵਿੱਚ ਸ਼ਹੀਦ ਹੋਏ, ਛੋਟੇ ਸਰਹੰਦ ਦੀਆਂ ਦੀਵਾਰਾਂ ਵਿੱਚ ਚਿਣੇ ਗਏ। ਇਸ ਇਤਿਹਾਸ ਨੂੰ ਆਪਾਂ ਥੋੜ੍ਹਾ ਜਿਹਾ ਹੋਰ ਅੱਗੇ ਵਾਚਣ ਦੀ ਕੋਸ਼ਿਸ਼ ਕਰਾਂਗੇ। ਅੱਜ ਤੁਸੀਂ ਇੰਨੇ ਕੁ ਬਚਨ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।